ਪਿਆਰੇ ਬੱਚਿਓ, ਸਮਾਜਿਕ ਸਿੱਖਿਆ ਦੀ 6ਵੀਂ ਕਲਾਸ ਦੀ ਰੋਜ਼ਾਨਾ ਅਸਾਈਨਮੈਂਟ ਵਿੱਚ ਪਾਠ ਪੜ੍ਹ ਰਹੇ ਹਾਂ ਆਪਾਂ ਭਾਰਤ 200 ਈਸਵੀ ਪੂਰਵ ਤੋਂ 300 ਈਸਵੀ ਤੱਕ। ਛੇਵੀਂ ਕਲਾਸ ਦਾ 14ਵਾਂ ਪਾਠ ਆ। 200 ਈਸਵੀ ਪੂਰਵ ਵਿੱਚ ਲੋਹੇ ਦੀ ਖੋਜ ਭਾਰਤੀ ਸੱਭਿਅਤਾ ਦੇ ਵਿਕਾਸ ਵਿੱਚ ਇੱਕ ਮਹੱਤਵਪੂਰਨ ਕੜੀ ਮੰਨੀ ਜਾਂਦੀ ਹੈ। ਲੋਹਾ ਤਾਂਬੇ ਅਤੇ ਕਾਂਸੇ ਨਾਲੋਂ ਜ਼ਿਆਦਾ ਮਜ਼ਬੂਤ ਹੁੰਦਾ ਹੈ, ਇਸ ਲਈ ਇਹ ਜ਼ਿਆਦਾ ਲਾਭਦਾਇਕ ਹੈ। ਇਹ ਜਲਦੀ ਹੀ ਲੋਕਪ੍ਰਿਯ ਹੋ ਗਿਆ ਅਤੇ ਲੋਕਾਂ ਨੇ ਇਸ ਦੇ ਔਜ਼ਾਰ, ਹਥਿਆਰ ਅਤੇ ਭਾਂਡੇ ਬਣਾਉਣੇ ਸ਼ੁਰੂ ਕਰ ਦਿੱਤੇ। ਦੱਖਣ ਅਤੇ ਦੱਖਣੀ ਭਾਰਤ ਵਿੱਚ ਇਸ ਦਾ ਪ੍ਰਯੋਗ ਲਗਭਗ 1200 ਈਸਵੀ ਪੂਰਵ ਵਿੱਚ ਸ਼ੁਰੂ ਹੋਇਆ। ਇਸ ਦੀ ਵਰਤੋਂ ਕਰਨ ਵਾਲੇ ਲੋਕ ਮਹਾਂਪਾਸ਼ਾਣ ਨਿਰਮਾਤਾ ਦੇ ਨਾਂ ਨਾਲ ਪ੍ਰਸਿੱਧ ਸਨ। ਇਹ ਨਾਂ ਉਹਨਾਂ ਦੇ ਮੁਰਦਿਆਂ ਨੂੰ ਦਫਨਾਉਣ ਦੇ ਇੱਕ ਖਾਸ ਰਿਵਾਜ ਕਾਰਨ ਦਿੱਤਾ ਗਿਆ ਹੈ। ਕਿਸੇ ਵਿਸ਼ਾਲ ਪੱਥਰ ਨੂੰ ਮਹਾਂਪਾਸ਼ਾ ਕਿਹਾ ਜਾਂਦਾ ਹੈ। ਇਹ ਲੋਕ ਮੁਰਦਿਆਂ ਨੂੰ ਦਫਨਾ ਕੇ ਉਹਨਾਂ ਦੇ ਚਾਰੇ ਪਾਸੇ ਵਿਸ਼ਾਲ ਪੱਥਰਾਂ ਦਾ ਇੱਕ ਘੇਰਾ ਬਣਾਉਂਦੇ ਸਨ। ਹੋ ਸਕਦਾ ਹੈ ਕਿ ਇਹਨਾਂ ਲੋਕਾਂ ਨੂੰ ਵਿਸ਼ਵਾਸ ਹੋਵੇ ਕਿ ਮਨੁੱਖ ਮਰਨ ਤੋਂ ਬਾਅਦ ਦੂਜੀ ਦੁਨੀਆ ਵਿੱਚ ਚਲੇ ਜਾਂਦੇ ਹਨ ਅਤੇ ਉਹਨਾਂ ਨੂੰ ਉੱਥੇ ਵੀ ਆਪਣੀਆਂ ਵਸਤੂਆਂ ਦੀ ਜ਼ਰੂਰਤ ਪੈਂਦੀ ਹੈ। ਇਸ ਲਈ ਮਰਨ ਵਾਲਿਆਂ ਦੀਆਂ ਵਸਤੂਆਂ ਜਿਵੇਂ ਭਾਂਡੇ, ਔਜ਼ਾਰ, ਹਥਿਆਰ ਆਦਿ ਉਹਨਾਂ ਦੇ ਨਾਲ ਹੀ ਦਫਨਾ ਦਿੱਤੇ ਜਾਂਦੇ ਸੀ। ਖੁਦਾਈ ਰਾਹੀਂ ਪ੍ਰਾਪਤ ਹੋਈਆਂ ਇਹਨਾਂ ਵਸਤੂਆਂ ਦੀ ਖੋਜ ਉਸ ਸਮੇਂ ਦੀ ਸੰਸਕ੍ਰਿਤੀ ਬਾਰੇ ਜਾਣਕਾਰੀ ਪ੍ਰਦਾਨ ਕਰਦੀ ਹੈ। ਸੋ ਇਹ ਆ ਮਹਾਂਪਾਸ਼ਾਣ। ਦੇਖੋ ਕਿੱਡੇ ਵੱਡਾ ਪੱਥਰ ਰੱਖਿਆ ਹੋਇਆ ਆ। ਯਾਨੀ ਇਹ ਲੋਕ ਕੀ ਕਰਦੇ ਸੀ, ਜਦੋਂ ਕੋਈ ਮਰਦਾ ਸੀਗਾ ਉਹਨੂੰ ਦਫਨਾ ਕੇ ਅਤੇ ਉਹਦੇ ਆਲੇ ਦੁਆਲੇ ਪੱਥਰ ਰੱਖ ਦਿੰਦੇ ਸੀ। ਆਹ ਦੇਖੋ ਦਫਨਾਉਣ ਦਾ ਢੰਗ, ਪੱਥਰ ਪਏ ਆ, ਇੱਦਾਂ ਮੁਰਦਿਆਂ ਨੂੰ ਦਫਨਾਇਆ ਜਾਂਦਾ ਸੀਗਾ ਇਸ ਕਾਲ ਦੇ ਵਿੱਚ। ਅੱਗੇ ਪ੍ਰਸ਼ਨ ਆ, ਕਿਹੜੀ ਧਾਤ ਵੱਖ-ਵੱਖ ਕੰਮਾਂ ਲਈ ਲਾਭਦਾਇਕ ਹੈ? ਲੋਹਾ ਤਾਂਬੇ ਅਤੇ ਕਾਂਸੀ ਨਾਲੋਂ ਜ਼ਿਆਦਾ ਮਜ਼ਬੂਤ ਹੁੰਦਾ ਹੈ, ਇਸ ਲਈ ਇਹ ਜ਼ਿਆਦਾ ਲਾਭਦਾਇਕ ਹੈ। ਇਹ ਜਲਦੀ ਹੀ ਲੋਕਪ੍ਰਿਯ ਹੋ ਗਿਆ ਅਤੇ ਲੋਕਾਂ ਨੇ ਇਸ ਦੇ ਔਜ਼ਾਰ, ਹਥਿਆਰ ਅਤੇ ਭਾਂਡੇ ਬਣਾਉਣੇ ਸ਼ੁਰੂ ਕਰ ਦਿੱਤੇ। ਦੱਖਣੀ ਭਾਰਤ ਵਿੱਚ ਲੋਹੇ ਦੀ ਵਰਤੋਂ ਕਦੋਂ ਸ਼ੁਰੂ ਹੋਈ? 1200 ਈਸਵੀ ਪੂਰਵ ਵਿੱਚ ਇਹਦੀ ਵਰਤੋਂ ਸ਼ੁਰੂ ਹੋਈ। ਮਹਾਂਪਾਸ਼ਾਣ ਨਿਰਮਾਤਾ ਦੇ ਨਾਂ ਨਾਲ ਕੌਣ ਪ੍ਰਸਿੱਧ ਸਨ? ਲੋਹੇ ਦੀ ਵਰਤੋਂ ਕਰਨ ਵਾਲੇ ਲੋਕ ਮਹਾਂਪਾਸ਼ਾਣ ਨਿਰਮਾਤਾ ਦੇ ਨਾਂ ਨਾਲ ਪ੍ਰਸਿੱਧ ਸਨ। ਇਹ ਨਾਂ ਉਹਨਾਂ ਦੇ ਮੁਰਦਿਆਂ ਨੂੰ ਦਫਨਾਉਣ ਦੇ ਇੱਕ ਖਾਸ ਰਿਵਾਜ ਕਾਰਨ ਦਿੱਤਾ ਗਿਆ ਹੈ। ਖਾਲੀ ਥਾਵਾਂ ਆ। ਡੈਸ਼ ਤਾਂਬੇ ਅਤੇ ਕਾਂਸੇ ਨਾਲੋਂ ਜ਼ਿਆਦਾ ਮਜ਼ਬੂਤ ਹੁੰਦਾ ਹੈ। ਲੋਹਾ ਤਾਂਬੇ ਅਤੇ ਕਾਂਸੇ ਨਾਲੋਂ ਜ਼ਿਆਦਾ ਮਜ਼ਬੂਤ ਹੁੰਦਾ ਹੈ। ਮਹਾਂਪਾਸ਼ਾਣ ਦਾ ਅਰਥ ਪੱਥਰ ਤੋਂ ਲਿਆ ਗਿਆ ਆ ਜਾਂ ਮੁਰਦਿਆਂ ਨੂੰ ਦਫਨਾਉਣ ਦੇ ਇੱਕ ਰਿਵਾਜ ਤੋਂ ਲਿਆ ਗਿਆ ਆ। ਡੈਸ਼ ਉਸ ਸਮੇਂ ਦੀ ਸੰਸਕ੍ਰਿਤੀ ਬਾਰੇ ਜਾਣਕਾਰੀ ਪ੍ਰਦਾਨ ਕਰਦੀਆਂ ਹਨ। ਖੁਦਾਈ ਦੌਰਾਨ ਪ੍ਰਾਪਤ ਹੋਈਆਂ ਵਸਤੂਆਂ, ਕਿਉਂਕਿ ਜਦੋਂ ਇਹਨਾਂ ਮੁਰਦਿਆਂ ਨੂੰ ਦਬਾਇਆ ਜਾਂਦਾ ਸੀਗਾ ਅਤੇ ਇਹਨਾਂ ਦਾ ਲੋੜੀਂਦੀਆਂ ਕੁਛ ਵਸਤੂਆਂ ਰੱਖ ਦਿੱਤੀਆਂ ਜਾਂਦੀਆਂ ਸੀ। ਇਹ ਲੋਕ ਇਹ ਵਿਸ਼ਵਾਸ ਕਰਦੇ ਸੀ ਹੋ ਸਕਦਾ ਇਹਨਾਂ ਮੁਰਦਿਆਂ ਨੂੰ ਬਾਅਦ ਵਿੱਚ ਕਿਸੇ ਹੋਰ ਜਗ੍ਹਾ 'ਤੇ ਜਾਣਾ ਪੈਂਦਾ ਅਤੇ ਇਹਨਾਂ ਚੀਜ਼ਾਂ ਦੀ ਲੋੜ ਪੈਂਦੀ ਹੋਊਗੀ, ਅਤੇ ਉਹ ਵਸਤੂਆਂ ਦੇ ਆਧਾਰ 'ਤੇ ਸਾਨੂੰ ਕਾਫੀ ਜਾਣਕਾਰੀ ਉੱਥੋਂ ਦੀ ਸੰਸਕ੍ਰਿਤੀ ਬਾਰੇ ਮਿਲਦੀ ਹੈ। ਸਹੀ ਅਤੇ ਗਲਤ ਆ। 200 ਈਸਵੀ ਪੂਰਵ ਵਿੱਚ ਲੋਹੇ ਦੀ ਖੋਜ ਹੋਈ, ਠੀਕ। ਮਹਾਂਪਾਸ਼ਾਣ ਨਿਰਮਾਤਾ ਮੁਰਦਿਆਂ ਨੂੰ ਦਫਨਾਉਂਦੇ ਸਨ, ਇਹ ਵੀ ਠੀਕ ਹੈ। ਇਹਨਾਂ ਦਾ ਲੋਕਾਂ ਦਾ ਵਿਸ਼ਵਾਸ ਸੀ ਕਿ ਮੁਰਦੇ ਮਰਨ ਤੋਂ ਬਾਅਦ ਕਿਤੇ ਨਹੀਂ ਜਾਂਦੇ, ਗਲਤ ਹੈ, ਕਿਉਂਕਿ ਇਹਨਾਂ ਨੂੰ ਵਿਸ਼ਵਾਸ ਸੀ ਕਿਤੇ ਹੋਰ ਜਾਂਦੇ ਤਾਂ ਹੀ ਇਹ ਭਾਂਡੇ ਜਾਂ ਹੋਰ ਚੀਜ਼ਾਂ ਨਾਲ ਰੱਖਦੇ ਸੀ। ਪਿਆਰੇ ਵਿਦਿਆਰਥੀਓ, ਹੇਠ ਲਿਖੇ ਪ੍ਰਸ਼ਨਾਂ ਨਾਲ ਸੰਬੰਧਿਤ ਪਾਠਾਂ ਦਾ ਅਸੀਂ ਅਧਿਐਨ ਕਰ ਚੁੱਕੇ ਹਾਂ। ਤੁਸੀਂ ਇਹਨਾਂ ਪ੍ਰਸ਼ਨਾਂ ਦੇ ਉੱਤਰਾਂ ਨੂੰ ਆਪਣੀ ਕਾਪੀ ਵਿੱਚ ਨੋਟ ਕਰਨਾ ਹੈ। ਜਿਹੜੇ ਥੱਲੇ 3 ਪ੍ਰਸ਼ਨ ਦਿੱਤੇ, ਇਹ ਪਾਠ ਆਪਾਂ ਪਹਿਲਾਂ ਕਰ ਚੁੱਕੇ ਹਾਂ। ਤੁਸੀਂ ਇਹਨਾਂ ਪ੍ਰਸ਼ਨਾਂ ਨੂੰ ਕਾਪੀ 'ਤੇ ਜਦੋਂ ਆਹ ਰੋਜ਼ਾਨਾ ਅਸਾਈਨਮੈਂਟ ਲਿਖਣੀ, ਇਹ ਵੀ ਨਾਲ ਲਿਖਣੀ ਹੈ, ਕਿਉਂਕਿ ਇਹ ਇੰਪੋਰਟੈਂਟ ਪ੍ਰਸ਼ਨ ਹੈਗੇ ਆ। ਇਹਨਾਂ ਦੇ ਬਾਰੇ ਅੱਗੇ ਗੱਲ ਕਰਦੇ ਹਾਂ ਆਪਾਂ। ਪਹਿਲਾ ਪ੍ਰਸ਼ਨ ਹੈ, ਸੂਰਜ ਪਰਿਵਾਰ ਬਾਰੇ ਕੀ ਜਾਣਦੇ ਹੋ? ਸਾਡੇ ਸੂਰਜ ਪਰਿਵਾਰ ਵਿੱਚ 8 ਗ੍ਰਹਿ ਹਨ। ਸੂਰਜ ਤੋਂ ਦੂਰੀ ਅਨੁਸਾਰ ਗ੍ਰਹਿਆਂ ਦੇ ਨਾਂ ਨੂੰ ਯਾਦ ਰੱਖਣ ਦਾ ਇੱਕ ਸਰਲ ਤਰੀਕਾ ਹੈ। ਮਾਈ ਵੈਰੀ ਐਫੀਸ਼ੀਐਂਟ ਮਦਰ ਜਸਟ ਸਰਵਡ ਅਸ ਨਟਸ।
ਇਹ ਇੱਕ ਲਾਈਨ ਹੈਗੀ ਹੈ, ਜੇ ਆਪਾਂ ਇਹਨੂੰ ਯਾਦ ਹੋਊ ਤਾਂ ਸਾਨੂੰ ਚੇਤੇ ਰਹਿ ਜਾਊਗਾ ਵੀ 8 ਗ੍ਰਹਿਆਂ ਦਾ ਨਾਂ ਕੀ ਹੈ। M ਤੋਂ V ਤੋਂ E ਤੋਂ M ਤੋਂ J ਤੋਂ S ਤੋਂ U ਤੋਂ ਤੇ N ਤੋਂ। M ਤੋਂ ਮਰਕਰੀ, V ਤੋਂ ਵੀਨਸ, E ਤੋਂ ਅਰਥ। ਇੱਦਾਂ ਕਰਕੇ ਅਸੀਂ ਉਹ ਸਾਰੇ ਨਾਂ ਜਿਹੜੇ 8 ਦੇ 8 ਯਾਦ ਰੱਖ ਸਕਦੇ ਹਾਂ। ਸਿਰਫ ਇਹ ਲਾਈਨ ਯਾਦ ਰੱਖਣੀ ਹੈ, ਮਾਈ ਵੈਰੀ ਐਫੀਸ਼ੀਐਂਟ ਮਦਰ ਜਸਟ ਸਰਵਡ ਅਸ ਨਟਸ। ਇਸ ਵਾਕ ਦੇ ਸ਼ਬਦਾਂ ਦੇ ਪ੍ਰਥਮ ਅੱਖਰਾਂ ਤੋਂ ਗ੍ਰਹਿਆਂ ਦੇ ਅੰਗਰੇਜ਼ੀ ਨਾਮ ਆਰੰਭ ਹੁੰਦੇ ਹਨ। ਸੂਰਜ ਇਹਨਾਂ ਦਾ ਜਨਮਦਾਤਾ ਹੈ। ਇਹਨਾਂ ਦੇ ਨਾਂ ਯੂਨਾਨੀ ਦੇਵੀ ਦੇਵਤਿਆਂ ਦੇ ਨਾਂ 'ਤੇ ਰੱਖੇ ਗਏ ਹਨ। ਸੋ ਇਹ ਹੈ ਸਾਡਾ ਸੂਰਜ ਪਰਿਵਾਰ। ਸ਼ਿਲਾਲੇਖ ਇਤਿਹਾਸ ਜਾਣਨ ਵਿੱਚ ਸਾਡੀ ਕਿਵੇਂ ਸਹਾਇਤਾ ਕਰਦੇ ਹਨ? ਪੱਥਰਾਂ ਦੇ ਸਤੰਭ, ਚਟਾਨਾਂ ਅਤੇ ਤਾਂਬੇ ਦੀਆਂ ਪਲੇਟਾਂ, ਮਿੱਟੀ ਦੀਆਂ ਤਖਤੀਆਂ ਅਤੇ ਮੰਦਰਾਂ ਦੀਆਂ ਕੰਧਾਂ ਉੱਤੇ ਲਿਖੇ ਸ਼ਿਲਾਲੇਖ ਇਤਿਹਾਸ ਦੇ ਮਹੱਤਵਪੂਰਨ ਸਰੋਤ ਹਨ। ਸੰਤ ਲਿਖਿਆ ਗਿਆ ਹੈ, ਸਰੋਤ ਹਨ। ਸ਼ਿਲਾਲੇਖਾਂ ਦੇ ਅਧਿਐਨ ਨੂੰ ਪੁਰਾਲੇਖ ਵਿਦਿਆ ਵਿੱਚ ਉਸ ਸਮੇਂ ਦੀਆਂ ਮਹੱਤਵਪੂਰਨ ਘਟਨਾਵਾਂ ਦਾ ਵਰਣਨ ਕੀਤਾ ਗਿਆ ਹੈ ਜਿਸ ਸਮੇਂ ਇਹ ਲਿਖੇ ਗਏ ਸਨ। ਉਦਾਹਰਨ ਵਜੋਂ ਪ੍ਰਸਿੱਧ ਸਮਰਾਟ ਅਸ਼ੋਕ ਨੇ ਮਨੁੱਖਾਂ ਦੀ ਭਲਾਈ ਲਈ ਆਪਣੇ ਸੰਦੇਸ਼ ਚਟਾਨਾਂ ਅਤੇ ਵਿਸ਼ਾਲ ਪੱਥਰਾਂ ਦੇ ਸਤੰਭਾਂ 'ਤੇ ਖੁਦਵਾ ਕੇ ਪੂਰੇ ਦੇਸ਼ ਵਿੱਚ ਲਗਵਾ ਦਿੱਤਾ ਤਾਂ ਕਿ ਲੋਕ ਉਹਨਾਂ ਦੇ ਵਿਚਾਰਾਂ ਨੂੰ ਪੜ੍ਹ ਕੇ ਉਹਨਾਂ 'ਤੇ ਚੱਲ ਸਕਣ। ਤਾਂ ਸ਼ਿਲਾਲੇਖ ਕੀ ਆ? ਜਿਵੇਂ ਪੱਥਰ ਆ ਕੋਈ ਬਹੁਤ ਵੱਡਾ, ਉਹਦੇ 'ਤੇ ਕੁਛ ਲਿਖਿਆ ਜਾਂਦਾ ਆ, ਜਾਂ ਕੋਈ ਖੰਭੇ ਸਤੰਭ ਲਗਾਏ ਜਾਂਦੇ ਉਹਦੇ 'ਤੇ ਲਿਖਿਆ ਗਿਆ, ਜਿਵੇਂ ਸਮਰਾਟ ਅਸ਼ੋਕ ਨੇ ਲਵਾਏ ਆ, ਜਾਂ ਮੰਦਰਾਂ ਦੀਆਂ ਕੰਧਾਂ 'ਤੇ ਜਾਂ ਮਿੱਟੀ ਦੀਆਂ ਤਖਤੀਆਂ 'ਤੇ ਤਾਂਬੇ ਦੀਆਂ ਪਲੇਟਾਂ 'ਤੇ ਕੁਛ ਲਿਖਿਆ ਜਾਵੇ, ਉਹਨੂੰ ਸ਼ਿਲਾਲੇਖ ਕਹਿੰਦੇ ਆ। ਅਤੇ ਇਹ ਇਤਿਹਾਸ ਦੀ ਜਾਣਕਾਰੀ ਲਈ ਬਹੁਤ ਜ਼ਰੂਰੀ ਆ। ਤੀਸਰਾ ਅਤੇ ਆਖਰੀ ਪ੍ਰਸ਼ਨ ਆ, ਪ੍ਰਾਚੀਨ ਸਮਾਜ ਵਿੱਚ ਮਨੁੱਖ ਦਾ ਜੀਵਨ ਕਿਹੋ ਜਿਹਾ ਸੀ? ਮਨੁੱਖ ਦਾ ਮੁੱਢਲਾ ਜੀਵਨ ਜੰਗਲੀ ਜੀਵਾਂ ਵਰਗਾ ਸੀ। ਆਦਿ ਮਨੁੱਖ ਜੰਗਲਾਂ ਵਿੱਚ ਰਹਿੰਦਾ ਸੀ। ਜੰਗਲੀ ਜਾਨਵਰਾਂ, ਪੰਛੀਆਂ ਆਦਿ ਦਾ ਸ਼ਿਕਾਰ ਕਰਕੇ ਆਪਣਾ ਪੇਟ ਭਰਦਾ ਸੀ। ਮਨੁੱਖ ਨੇ ਆਪਣਾ ਜੀਵਨ ਇੱਕ ਸ਼ਿਕਾਰੀ ਦੇ ਤੌਰ 'ਤੇ ਸ਼ੁਰੂ ਕੀਤਾ। ਇਸ ਤੋਂ ਪਿੱਛੋਂ ਪਸ਼ੂਆਂ ਨੂੰ ਪਾਲਤੂ ਜਾਨਵਰਾਂ ਦੀ ਤਰ੍ਹਾਂ ਪਾਲਣਾ ਸ਼ੁਰੂ ਕੀਤਾ। ਪਸ਼ੂ ਪਾਲਣ ਦਾ ਧੰਦਾ ਸ਼ਿਕਾਰੀ ਜੀਵਨ ਨਾਲੋਂ ਕੁਝ ਆਸਾਨ ਸੀ। ਪਸ਼ੂਆਂ ਤੋਂ ਮਨੁੱਖ ਨੂੰ ਹੋਰ ਕਈ ਤਰ੍ਹਾਂ ਦਾ ਭੋਜਨ ਮਿਲਣ ਲੱਗਾ। ਇਸ ਸਮੇਂ ਨੂੰ ਪਸ਼ੂ ਪਾਲਣ ਸਟੇਜ ਕਿਹਾ ਜਾਂਦਾ ਹੈ। ਜਦੋਂ ਮਨੁੱਖ ਨੂੰ ਕੁਝ ਵਿਹਲਾ ਸਮਾਂ ਮਿਲਿਆ ਤਾਂ ਅਤੇ ਉਹ ਕਈ ਹੋਰ ਪਾਸੇ ਵੀ ਸੋਚਣ ਲੱਗਾ, ਜਿਸ ਨਾਲ ਸੱਭਿਅਤਾ ਦਾ ਵਿਕਾਸ ਸ਼ੁਰੂ ਹੋਇਆ। ਪਰ ਉਦੋਂ ਦਾ ਮਨੁੱਖ ਵੀ ਟੱਪਰੀ ਵਾਸਾਂ ਦੀ ਤਰ੍ਹਾਂ ਹੀ ਰਹਿੰਦਾ ਸੀ ਅਤੇ ਨਵੀਆਂ ਚਾਰਾਗਾਹਾਂ ਦੇ ਭਾਲ ਵਿੱਚ ਇੱਧਰ ਉੱਧਰ ਫਿਰਦਾ ਸੀ। ਸੋ ਇਹ ਸੀ ਅੱਜ ਦੀ ਸਾਡੀ 6ਵੀਂ ਕਲਾਸ ਦੀ ਰੋਜ਼ਾਨਾ ਅਸਾਈਨਮੈਂਟ। ਕੁਛ ਹੋਰ ਪ੍ਰਸ਼ਨ ਜ਼ਰੂਰੀ ਜਿਹੜੇ ਤੁਹਾਡੇ ਲਈ ਜਾਣਨੇ ਜ਼ਰੂਰੀ ਆ ਉਹ ਵੀ ਨਾਲ ਦਿੱਤੇ ਗਏ ਆ, ਅਤੇ ਤੁਸੀਂ ਬੱਚਿਓ ਇਹਨਾਂ ਨੂੰ ਨਾਲ ਨਾਲ ਕਾਪੀ 'ਤੇ ਨੋਟ ਕਰੀ ਜਾਣਾ, ਕਿਉਂਕਿ ਜੇ ਰੋਜ਼ ਦਾ ਕੰਮ ਇੱਦਾਂ ਹੀ ਪਿੱਛੇ ਰਹਿੰਦਾ ਪਿਆ ਤਾਂ ਤੁਹਾਡੇ ਲਈ ਕੰਮ ਬਹੁਤ ਜ਼ਿਆਦਾ ਇਕੱਠਾ ਹੋ ਜਾਣਾ। ਤਾਂ ਇਹ ਸਾਰੇ ਪ੍ਰਸ਼ਨ ਤੁਹਾਡੇ ਲਈ ਬਹੁਤ ਜ਼ਰੂਰੀ ਹਨ ਅਤੇ ਕਿਰਪਾ ਕਰਕੇ ਸਾਰੇ ਬੱਚਿਆਂ ਨੇ ਕਾਪੀ 'ਤੇ ਨੋਟ ਕਰ ਲੈਣੇ ਹਨ। ਧੰਨਵਾਦ।